परम सत्कारयोग गुरु साहिब जी महाराज जियां दी साजी निवाजी गुरु रूप प्यारी साध संगत जी, नितनेम कर्म अनुसार गुरु दे चरना कमलों की हाजरी भर के इन्हां सवासां नूं सफलियां करन दे यतन करदे हां। जिन्ना वक्त ये सवास चलते ने उन्ना वक्त हर एक मनुख की इच्छा हुंदी है कि वह अपनी किरत कमाई करे, नाम जपे, वंड के छके, जो गुरु नानक देव साहिब जी महाराज जी ने नारा लगाया। किरत करनी गालबन सारी दुनिया किरत दे विच लगी हुई है। सारी दुनिया परमेश्वर दे नाम की आराधना भी कर रहे ने। वंड के छकण का जो गुरु नानक ने होका दिता सी वो ते पहरा दिंदा होया हर एक प्राणी वंड के छकण दे भी यतन करता है। सवासां की जिहड़ी जिंदगी है और इन्हां प्राणां दा सदका ही मनुख की सारी जिंदगी चलती है। शरीर उदों इसनों मृत्यु का रूप दिता जाता है जदों इस दे प्राण शरीर विचों मुक जाते ने। जिन्ना टाइम सवास चलते ने उन्होंने जिंदगी कहा जाता है, सवास नहीं चलते तो उसनों मृत्यु कहा जाता है। तो जिंदगी किन्ना दे सहारे है? सवासां दे। जे सवास नहीं है, मनुख दे हथ पैर लत्तां बाहां नेत्र बोलना सुनना सब कुछ व्यर्थ चलिया जाता है। तो केवल सवास ही ने, सवासां करके ही जिंदगी है। परमात्मा दे घर दे विच कोई भी मनुख अपने शरीर की शुद्धता वास्ते नहीं आउंदा। वो गल वखरी है कि जद परमात्मा दे घर दे विच आउणा है, इशनान पान तैयार बर तैयार हो के आउणा है, चंगे बस्तर पाउणे ने, साफ सुथरे बस्तर पाउणे ने। पर बहुते ही शरीर नूं हार शिंगार लाउणा अते बहुते भड़कीले वस्त्र पा के परमात्मा दे घर दे विच आउणा, परमात्मा इस गल की इजाजत नहीं दिंदे, मर्यादा स्वरूपी नहीं है। ये मर्यादा दे विच स्वरूप दे विच नहीं आउंदा। बहुता हार शिंगार लाउणा, बहुते भड़कीले वस्त्र पाई जाने, पुराने जमानिਆਂ ਦੇ ਵਿੱਚ ਜਦੋਂ सत संगत ਹੁੰਦੀ ਸੀ ਨਾ, ਉਹ सत संगत ਹੁੰਦਿਆਂ ਜੇ ਕੋਈ औरत ਝਾਂਜਰ ਪਾ ਕੇ ਸੰਗਤ ਦੇ ਵਿੱਚ ਚਲੀ ਜਾਂਦੀ,
ਗਾਲਵਨ ਉਸ ਔਰਤ ਨੂੰ ਲਾਹਨਤਾਂ ਪਾਈਆਂ ਜਾਂਦੀਆਂ ਸਨ ਕਿ ਜੋ ਤੇਰੇ ਪੈਰ ਦੇ ਵਿੱਚ ਝਾਂਜਰ ਹੈ, ਇਹ ਝਾਂਜਰ ਜਦ ਛਣਕਦੀ ਹੈ ਇਹਨੇ ਤੇਰੀ ਸੁਰਤ ਵੀ ਪਰਮਾਤਮਾ ਦੇ ਵਿੱਚ ਨਹੀਂ ਲੱਗਣ ਦੇਣੀ, ਅਤੇ ਜਿਹੜੇ ਸੁਰਤ ਲਾਈ ਬੈਠੇ ਨੇ ਉਹਨਾਂ ਦੀ ਸੁਰਤ ਵੀ ਤੋੜੇਗੀ। ਪੁਰਾਣੇ ਜ਼ਮਾਨਿਆਂ ਦੇ ਵਿੱਚ ਇਸ ਨੂੰ ਬਹੁਤ ਸਾਰੇ ਜਿਹੜੇ ਸੀ ਹਾਰ ਸ਼ਿੰਗਾਰ ਗਾਲਵਨ ਉਤਾਰ ਕੇ ਔਰਤਾਂ ਫਿਰ ਸਤਸੰਗ ਦੇ ਵਿੱਚ ਜਾਂਦੀਆਂ ਸਨ। ਖਾਸ ਕਰਕੇ ਝਾਂਜਰ ਕੋਈ ਵੀ ਔਰਤ ਨਹੀਂ ਪਾ ਕੇ ਜਾਂਦੀ ਸੀ, ਕਿਉਂਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਪੈਰਾਂ ਦੇ ਵਿੱਚ ਝਾਂਜਰਾਂ ਜ਼ਿਆਦਾ ਪਾਈਆਂ ਜਾਂਦੀਆਂ ਸਨ। ਤੋਂ ਬਹੁਤੇ ਭੜਕੀਲੇ ਵਸਤਰ ਪਾਉਣੇ, ਬਹੁਤੇ ਹਾਰ ਸ਼ਿੰਗਾਰ ਲਗਾਉਣੇ ਪਰਮਾਤਮਾ ਦਾ ਕਰ ਇਜਾਜ਼ਤ ਨਹੀਂ ਦਿੰਦਾ। ਤੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ 32 ਸ਼ਿੰਗਾਰ ਔਰਤ ਦੇ ਦੱਸੇ ਨੇ। 32 ਹੀ ਸੁਲੱਖਣ ਸੱਚ ਸੰਤਤ ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇਹ ਜਿਹੜਾ ਗੁਰੂ ਸਾਹਿਬ ਜੀ ਮਹਾਰਾਜ ਨੇ ਸ਼ਲੋਕ ਉਚਾਰਿਆ, ਇਹਦੇ ਵਿੱਚ ਸਾਰੇ ਦੇ ਸਾਰੇ 32 ਸ਼ਿੰਗਾਰ ਕੱਲੀ ਔਰਤ ਦੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਦੱਸੇ ਨੇ ਕਿ ਕਿਹੜੇ ਕਿਹੜੇ ਸ਼ਿੰਗਾਰ ਨੇ, ਕਿਵੇਂ ਕਿਵੇਂ ਕਰਨੇ ਨੇ, ਕਦੋਂ ਕਦੋਂ ਕਰਨੇ ਨੇ, ਔਰ ਬਕਾਇਦਾ ਇਹਨਾਂ ਸ਼ਿੰਗਾਰਾਂ ਦੀ ਮਹੱਤਤਾ ਕੀ ਹੈ। ਇਹ ਸਾਰੇ ਦੇ ਸਾਰੇ ਸ਼ਿੰਗਾਰ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਗੁਰਬਾਣੀ ਵਿੱਚ ਦਰਜ ਕੀਤੇ ਨੇ, ਜਿਹੜੇ ਔਰਤ ਦੇ ਲੱਗੇ ਹੋਣੇ ਚਾਹੀਦੇ ਨੇ। ਐਸਾ ਸ਼ਿੰਗਾਰ ਕਦੇ ਵੀ ਨਾ ਲਗਾਣਾ ਜਿਹੜੇ ਸ਼ਿੰਗਾਰ ਦੇ ਨਾਲ ਦੂਸਰੇ ਨੂੰ ਠੇਸ ਪਹੁੰਚੇ। ਤੋ ਦੁਨੀਆ ਸਵਾਰਦੀ ਹੈ ਕੇਵਲ ਤੇ ਕੇਵਲ ਇਕੱਲੇ ਸਰੀਰ ਨੂੰ, ਕਿ ਸਰੀਰ ਨੂੰ ਹਾਰ ਸ਼ਿੰਗਾਰ ਲਾਓ, ਇਸ ਦੇ ਪਾਲਣ ਪੋਸ਼ਣ ਸੁਚੱਜੇ ਢੰਗ ਦੇ ਨਾਲ ਕਰੋ। ਪਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਤੂੰ ਉਸ ਚੀਜ਼ ਨੂੰ ਸ਼ਿੰਗਾਰਨ ਦੇ ਯਤਨ ਕਰ, ਉਸ ਵਸਤੂ ਨੂੰ ਸਫਲਿਆਂ ਕਰਨ ਦੇ ਯਤਨ ਕਰ, ਜਿਹੜੀ ਤੈਨੂੰ ਕਿਸੇ ਵੀ ਕੀਮਤ 'ਤੇ ਦੁਨੀਆ ਦੇ ਕਿਸੇ ਕੋਨੇ ਤੋਂ ਪ੍ਰਾਪਤ ਨਹੀਂ ਹੋਵੇਗੀ। ਉਹ ਨੇ ਸਵਾਸ। ਬੰਦਾ ਸਾਰੀ ਜ਼ਿੰਦਗੀ ਦੀ ਕਮਾਈ ਆਪਣੀ ਅਰਪਣ ਕਰਦੇ ਪਰਮਾਤਮਾ ਅੱਗੇ, ਤੇ ਪਰਮਾਤਮਾ ਨੂੰ ਕਵੇ ਕਿ ਪਰਮਾਤਮਾ ਮੈਨੂੰ ਇੱਕ ਸਵਾਸ ਵੱਧ ਦੇ ਦੇ। ਇੱਕ ਸਵਾਸ ਬੰਦੇ ਦੀ ਸਾਰੀ ਜ਼ਿੰਦਗੀ ਦੇ ਬਦਲੇ ਇੱਕ ਵੀ ਸਵਾਸ ਇਸ ਮਨੁੱਖ ਨੂੰ ਮਿਲੇਗਾ ਨਹੀਂ। ਤੋ ਏਡੀ ਵੱਡੀ ਕੀਮਤ ਹੈ ਸਾਡੇ ਇੱਕ ਸਵਾਸ ਦੀ। ਜੇ ਐਡੀ ਵੱਡੀ ਕੀਮਤ ਹੈ ਤੋ ਜਿਹੜੀ ਐਡੀ ਵੱਡੀ ਕੀਮਤੀ ਚੀਜ਼ ਹੋਵੇ ਉਹਨੂੰ ਤੇ ਫਿਰ ਉਸ ਦੀ ਬਹੁਤ ਸੁਚੱਜੇ ਢੰਗ ਦੇ ਨਾਲ ਸਾਂਭ ਸੰਭਾਲ ਕਰਨੀ ਪੈਂਦੀ ਹੈ। ਕਈ ਵਸਤੂਆਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਘਰ ਤੋਂ ਬਾਹਰ ਵੀ ਰੱਖ ਦਿੰਦੇ ਹਾਂ। ਕਈਆਂ ਨੂੰ ਘਰ ਦੇ ਅੰਦਰ ਰੱਖਿਆ ਜਾਂਦਾ, ਕਈਆਂ ਨੂੰ ਅਲਮਾਰੀਆਂ ਦੇ ਵਿੱਚ, ਲੌਕਰਾਂ ਦੇ ਵਿੱਚ ਲੌਕ ਲਾ ਕੇ ਫਿਰ ਉਹਨਾਂ ਦੀ ਰਾਖੀ ਕੀਤੀ ਜਾਂਦੀ ਹੈ। ਸੋ ਜਿੰਨੀ ਕੁ ਚੀਜ਼ ਕੀਮਤੀ ਹੈ ਉਹਦੀ ਉਸ ਹਿਸਾਬ ਦੇ ਨਾਲ ਰਾਖੀ ਕਰਨੀ ਪੈਂਦੀ ਹੈ। ਸੋਨਾ ਹੈ, ਚਾਂਦੀ ਹੈ, ਮਾਇਆ ਹੈ, ਉਹਦੀ ਅਸੀਂ ਬੜੇ ਸੁਚੱਜੇ ਢੰਗ ਦੇ ਨਾਲ ਸਾਂਭ ਸੰਭਾਲ ਕਰਦੇ ਹਾਂ। ਤੇ ਜਿਹੜੇ ਸਵਾਸ ਨੇ ਮਨੁੱਖ ਦੇ, ਇਹ ਤੇ ਇੰਨੀ ਕੀਮਤੀ ਹੈ ਕਿ ਇਹਨਾਂ ਦੀ ਕੀਮਤ ਕੋਈ ਪਾ ਹੀ ਨਹੀਂ ਸਕਦਾ। ਤੋ ਇਹਨਾਂ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ, ਇਹ ਸਭ ਕੁਛ ਗੁਰੂ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਜੀ ਮਨੁੱਖਤਾ ਦੀ ਝੋਲੀ ਦੇ ਵਿੱਚ ਪਾਉਂਦੇ ਨੇ ਕਿ ਜਿਹੜੀ ਤੇਰੀ ਇੰਨੀ ਚੀਜ਼ ਕੀਮਤੀ ਹੈ ਨਾ, ਕਿ ਜ਼ਿੰਦਗੀ ਕੇਵਲ ਸਵਾਸਾਂ ਤੇ ਖੜੀ ਹੈ। ਸਵਾਸ ਹੈ ਤੇ ਜ਼ਿੰਦਗੀ ਹੈ, ਵਰਨਾ ਕੋਈ ਜ਼ਿੰਦਗੀ ਨਹੀਂ ਹੈ। ਤੇ ਸਵਾਸਾਂ ਦੇ ਭਰੋਸੇ ਹੀ ਇਹਨੂੰ ਜ਼ਿੰਦਗੀ ਕਿਹਾ ਜਾਂਦਾ ਹੈ।
ਤੇ ਸਵਾਸਾਂ ਦੇ ਨਾਲ ਹੀ ਮਨੁੱਖ ਦੀ ਇਹ ਜਿਹੜੀ ਅੰਨਮਈ ਕੋਸ਼ ਹੈ ਇਹ ਸਰੀਰ ਚੱਲਦਾ ਰਹਿੰਦਾ ਹੈ। ਔਰ ਇਹ ਅੰਨਮਈ ਕੋਸ਼ ਸਵਾਸਾਂ ਦੇ ਭਰੋਸੇ ਹੀ ਇਹ ਜਿੱਥੇ ਜਿੱਥੇ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਇਹਦੇ ਅਨੁਸਾਰ ਜਿਹੜਾ ਸਵਾਸਾਂ ਦੇ ਨਾਲ ਇਹ ਸਰੀਰ ਦੀ ਰਫਤਾਰ ਚੱਲੀ ਜਾਂਦੀ ਰਹਿੰਦੀ ਹੈ ਔਰ ਕਿਰਤ ਇਸ ਦੀ ਨੂੰ ਧੱਕੇ ਦਿੰਦੀ ਰਹਿੰਦੀ ਹੈ। ਜਿੱਥੇ ਜਿੱਥੇ ਇਹਦਾ ਦਾਣਾ ਪਾਣੀ ਅੰਨ ਪਾਣੀ ਲਿਖਿਆ ਹੈ ਹਰ ਇੱਕ ਜਗ੍ਹਾ 'ਤੇ ਇਹਦੇ ਸਰੀਰ ਨੂੰ ਲੈ ਜਾਂਦੀ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੇ ਐਲਾਨੀਆਂ ਕਹਿੰਦੇ ਨੇ ਕਿ ਤੂੰ ਕਿਰਤ ਕਮਾਈ ਕਰ, ਭੋਜਨ ਪਾਣੀ ਤਿਆਰ ਕਰ ਛਕ, ਪਰ ਚਿੰਤਾ ਨਾ ਕਰ, ਨਾ ਕਰ ਚਿੰਤ ਚਿੰਤਾ ਹੈ ਕਰਤੇ। ਚਿੰਤਾ ਤੇ ਉਹਨੂੰ ਹੈ ਜਿਹਨੇ ਤੈਨੂੰ ਦੇਣਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਚਿੰਤਾ ਨਾ ਕਰ। ਤੇ ਇਹ ਰੋਜੀ ਰੋਟੀ ਜਿਹੜੀ ਹੈ ਇਹ ਹਰ ਇੱਕ ਮਨੁੱਖ ਨੂੰ ਕਮਾਉਣੀ ਪੈਂਦੀ ਹੈ, ਕਿਉਂਕਿ ਰੋਟੀਆਂ ਦੇ ਦਰਿਆ ਨਹੀਂ ਚੱਲਦੇ, ਰੋਟੀਆਂ ਕਦੇ ਦਰਖਤਾਂ ਨੂੰ ਨਹੀਂ ਲੱਗਦੀਆਂ। ਇਹ ਰੋਜੀ ਰੋਟੀ ਕਮਾਉਣੀ ਸਾਨੂੰ ਪੈਂਦੀ ਹੈ, ਕਿਉਂਕਿ ਪਾਣੀ ਦੇ ਵੀ ਦਰਿਆ ਚੱਲਦੇ ਹਨ, ਹਵਾ ਵਾਸਤੇ ਵੀ ਮਨੁੱਖ ਨੂੰ ਕੋਈ ਯਤਨ ਨਹੀਂ ਕਰਨਾ ਪੈਂਦਾ। ਆਕਸੀਜਨ ਚਾਹੀਦੀ ਹੈ, ਪਰਮਾਤਮਾ ਇਸ ਨੂੰ ਦੇ ਰਿਹਾ ਹੈ। ਪਾਣੀ ਚਾਹੀਦਾ ਤਾਂ ਪਰਮਾਤਮਾ ਨੇ ਧਰਤੀ ਤੋਂ 3 ਗੁਣਾ ਵੱਧ ਪਾਣੀ ਜਿਹੜਾ ਹੈ ਉਹ ਪੈਦਾ ਕੀਤਾ ਹੋਇਆ ਹੈ, ਮੁੱਕੇਗਾ ਨਹੀਂ। ਹਵਾ ਚਾਹੀਦੀ ਹੈ, ਪਾਣੀ ਚਾਹੀਦਾ, ਦਿਨ ਚਾਹੀਦਾ, ਰਾਤ ਚਾਹੀਦੀ ਹੈ, ਆਕਾਸ਼ ਚਾਹੀਦਾ, ਧਰਤੀ ਚਾਹੀਦੀ ਹੈ। ਸਭ ਕੁਛ ਪਰਮਾਤਮਾ ਨੇ ਮਨੁੱਖ ਵਾਸਤੇ ਤਿਆਰ ਕੀਤਾ ਹੋਇਆ ਹੈ। ਬਸ ਇੱਕੋ ਹੀ ਜ਼ਿੰਮੇਵਾਰੀ ਮਨੁੱਖ ਦੀ ਲਾਈ ਹੈ ਕਿ ਤੂੰ ਸਿਰਫ ਤੇ ਸਿਰਫ ਆਪਣੀ ਕਿਰਤ ਕਰਨੀ ਹੈ, ਰੋਜੀ ਰੋਟੀ ਕਮਾਉਣੀ ਹੈ, ਖਾਣੀ ਹੈ। ਰੋਜੀ ਰੋਟੀ ਕਮਾ ਕੇ ਖਾਣਾ ਹੈ, ਉਸ ਨੂੰ ਤੇਰੇ ਅੰਦਰ ਪਹੁੰਚਾਉਣਾ ਕਿਵੇਂ ਹੈ, ਉਸ ਦਾ ਖੂਨ ਕਿਵੇਂ ਬਣਾਉਣਾ ਹੈ, ਖੂਨ ਦਾ ਸਰਕਲ ਕਿਵੇਂ ਚਲਾਉਣਾ, ਇਹ ਪਰਮਾਤਮਾ ਦੇ ਹੱਥ ਦੇ ਵਿੱਚ ਹੈ। ਤਾਂ ਮਨੁੱਖ ਨੇ ਤੇ ਇੰਨਾ ਕੀ ਕਰਮ ਕਰਨਾ ਹੈ। ਧਰਤੀ ਪਰਮਾਤਮਾ ਨੇ ਦਿੱਤੀ ਹੈ, ਆਕਾਸ਼ ਪਰਮਾਤਮਾ ਨੇ ਦਿੱਤਾ ਹੈ, ਦਿਨ ਰਾਤ ਪਰਮਾਤਮਾ ਨੇ ਦਿੱਤੇ ਨੇ, ਸਵਾਸ ਪਰਮਾਤਮਾ ਨੇ ਦਿੱਤੇ ਨੇ, ਦੇਹੀ ਪਰਮਾਤਮਾ ਨੇ ਦਿੱਤੀ ਹੈ, ਸਭ ਕੁਛ ਪਰਮਾਤਮਾ ਨੇ ਦਿੱਤਾ ਹੈ। ਮਨੁੱਖ ਨੇ ਇੱਕ ਰੋਟੀ ਰੋਜੀ ਦੀ ਕਿਰਤ ਕਰਕੇ ਉਹ ਆਪਣੀ ਰੋਜੀ ਰੋਟੀ ਖਾਣੀ ਹੈ। ਉਹਨੂੰ ਪਚਾਉਣਾ ਕਿਵੇਂ ਹੈ, ਹੱਡ ਚੰਮ ਤਨ ਮਾਸ, ਉਸ ਦਾ ਖੂਨ ਕਿਵੇਂ ਬਣਾਉਣਾ ਹੈ, ਖੂਨ ਨੂੰ ਚਲਾਉਣਾ ਕਿਵੇਂ ਹੈ, ਮਨੁੱਖ ਨੂੰ ਤਾਕਤ ਕਿਵੇਂ ਦੇਣੀ ਹੈ, ਇਹ ਵੀ ਸਾਰਾ ਕੰਮ ਪਰਮਾਤਮਾ ਦਾ। ਤੋਂ ਵਿਚਕਾਰ ਦੀ ਥੋੜ੍ਹਾ ਜਿਹਾ ਕਰਮ ਮਨੁੱਖ ਨੇ ਕਰਨਾ ਹੈ। ਤੋਂ ਇਹ ਥੋੜ੍ਹੇ ਜਿਹੇ ਕਰਮ ਵਾਸਤੇ ਹੀ ਬੜੀਆਂ ਠੱਗੀਆਂ ਮਾਰਦਾ, ਬੜੀਆਂ ਬੇਈਮਾਨੀਆਂ ਕਰਦਾ, ਬੜੀ ਆਕੜ ਲੈ ਕੇ ਸੰਸਾਰ ਦੇ ਵਿੱਚ ਭੱਜਿਆ ਫਿਰਦਾ ਰਹਿੰਦਾ, ਬੜਾ ਪਰਬਲ ਹੰਕਾਰ, ਬੜਾ ਪਰਬਲ ਕ੍ਰੋਧ ਇਸ ਦੇ ਅੰਦਰ, ਇੱਕ ਥੋੜ੍ਹੇ ਜਿਹੇ ਕੰਮ ਵਾਸਤੇ। ਉਹ ਵੀ ਜਿਹੜਾ ਥੋੜ੍ਹਾ ਜਿਹਾ ਕੰਮ ਕਰਦੇ ਆ ਨਾ ਕਿ ਅਸੀਂ ਰੋਜੀ ਰੋਟੀ ਕਮਾਉਂਦੇ ਹਾਂ ਅਤੇ ਉਹਨੂੰ ਛਕਦੇ ਹਾਂ, ਜਿਹੜਾ ਇਹ ਵੀ ਕੰਮ ਅਸੀਂ ਕਰਦੇ ਹਾਂ ਇਹ ਵੀ ਖੁਦ ਪਰਮਾਤਮਾ ਨੇ ਕੀਤਾ ਹੋਇਆ ਹੈ। ਇਹ ਵੀ ਕਿਵੇਂ ਕੀਤਾ ਹੈ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਕਿ ਜਿਹੜਾ ਪਰਮਾਤਮਾ ਨੇ ਤੇਰੇ ਵਾਸਤੇ ਅੰਨ ਪਾਣੀ ਪੈਦਾ ਕੀਤਾ ਹੋਇਆ ਹੈ, ਤੇਰੀ ਕਿਰਤ ਤੈਨੂੰ ਧੱਕੇ ਦੇ ਦੇ ਕੇ ਤੇਰੇ ਸਰੀਰ ਨੂੰ ਉੱਥੇ ਲੈ ਜਾਂਦੇ ਆ ਜਿੱਥੇ ਤੇਰੇ ਸਰੀਰ ਦਾ ਅੰਨ ਪਾਣੀ ਪਿਆ ਹੈ। ਇਹ ਵੀ ਕੰਮ ਪਰਮਾਤਮਾ ਕਰਦਾ ਹੈ। ਤੇ ਉੱਥੇ ਜਾ ਕੇ ਮਨੁੱਖ ਆਪਣੀ ਕਿਰਤ ਕਮਾਈ ਕਰਦੇ, ਤੇ ਕਿਰਤ ਕਰਦੇ ਕਾਹਦੇ ਸਹਾਰੇ ਨੇ, ਸਵਾਸਾਂ ਦੇ ਸਹਾਰੇ। ਜੇ ਪਰਮਾਤਮਾ ਸਵਾਸ ਹੀ ਨਾ ਦਿੰਦਾ ਤੇ ਕਿਹੜੀ ਕਿਰਤ ਕਰੇਗਾ, ਮੇਰੇ ਤੋਂ ਸਰੀਰ ਕੀ ਕਿਰਤ ਕਰੇਗਾ। ਤੋ ਉਹ ਕਿਰਤ ਵੀ ਜਿਹੜੀ ਹੈ ਉਹ ਵੀ ਪਰਮਾਤਮਾ ਦੇ ਸਹਾਰੇ ਹੋ ਰਹੀ ਹੈ। ਚੋਗਾ ਭੇਜਿਆ ਵੀ ਪਰਮਾਤਮਾ ਨੇ ਹੈ, ਕਿਰਤ ਪਰਮਾਤਮਾ ਕਰਵਾ ਰਿਹਾ ਹੈ। ਮਨੁੱਖ ਜਦ ਇਹ ਰੋਜੀ ਰੋਟੀ ਖਾਂਦਾ ਹੈ ਤੇ ਉਸ ਨੂੰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੇਰੇ ਅੰਦਰ ਪਹੁੰਚਾਉਣ ਦਾ ਕੰਮ ਵੀ ਪਰਮਾਤਮਾ ਕਰ ਰਿਹਾ। ਤਾਂ ਮਨੁੱਖ ਕੀ ਕਰ ਰਿਹਾ? ਜਰਾ ਸੋਚਿਆ ਕਦੇ ਵੀ ਮਨੁੱਖ ਕਰ ਕੀ ਰਿਹਾ? ਬਸ ਇਹਦੇ ਕੋਲ ਕੇਵਲ ਪਰਬਲ ਹੰਕਾਰ ਹੈ, ਕ੍ਰੋਧ ਹੈ, ਮਾਨ ਹੈ, ਲੋਭ ਹੈ, ਇਹਨਾਂ ਕੰਮਾਂ ਦੇ ਵਿੱਚ ਹੀ ਉਲਝਿਆ ਹੋਇਆ, ਕੁਛ ਵੀ ਨਹੀਂ ਕਰ ਰਿਹਾ। ਤਾਂ ਜੋ ਕੁਛ ਕਰ ਰਿਹਾ ਹੈ ਸਭ ਕੁਛ ਪਰਮਾਤਮਾ ਕਰ ਰਿਹਾ ਹੈ। ਜੇ ਪਰਮਾਤਮਾ ਇਹ ਸਮਾਜ ਦੇ ਵਿੱਚ ਠੰਡ ਨਾ ਪਾਉਂਦੇ,
ਰੁੱਤ ਨਾ ਬਦਲਦੀ, ਠੰਡ ਨਾ ਆਉਂਦੀ, ਤੇ ਕਿਸ ਨੇ ਕਣਕ ਬੀਜਣੀ ਸੀ। ਤੇ ਜੇ ਹੁਣ ਗਰਮੀ ਨਾ ਆਈ ਤੇ ਕਣਕ ਵੱਢੇਗਾ ਵੀ ਕੌਣ? ਐਵੇਂ ਤੇ ਪੱਕਣੀ ਨਹੀਂ। ਤੋ ਇਸ ਤੋਂ ਮਤਲਬ ਹੈ ਕਿ ਪਰਮਾਤਮਾ ਨੂੰ ਸਾਡੀ ਫਸਲ ਬੀਜਣ ਦੀ ਵੀ ਚਿੰਤਾ ਹੈ ਤੇ ਸਾਡੀ ਫਸਲ ਵੱਢਣ ਦੀ ਵੀ ਚਿੰਤਾ ਹੈ। ਸਾਰੇ ਕਰਮ ਪਰਮਾਤਮਾ ਕਰ ਰਿਹਾ। ਮਨੁੱਖ ਕੀ ਕਰ ਰਿਹਾ ਹੈ? ਮਨੁੱਖ ਦੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਜਿਹੜੇ ਤੈਨੂੰ ਸਵਾਸ ਦਿੱਤੇ ਨੇ, ਤੂੰ ਇਹਨਾਂ ਨੂੰ ਸਿੱਝਣਾ ਹੈ, ਇਹਨਾਂ ਨੂੰ ਸਵਾਰਨਾ ਹੈ, ਇਹ ਕਰਮ ਤੂੰ ਕਰ। ਤੇ ਸਵਾਸਾਂ ਦੀ ਜਿਹੜੀ ਹੈ ਨਿਰੰਤਰ ਲਗਾਤਾਰ ਇਹਦੇ ਸਵਾਸ ਚੱਲ ਰਹੇ ਨੇ। ਤੇ ਸਵਾਸ ਬਹੁਤੇ ਸਾਰੇ ਮਨੁੱਖ ਨੇ ਜਿਹੜੇ ਬਹੁਤ ਸਮਾਂ ਜਿਹੜਾ ਹੈ ਸਵਾਸਾਂ ਨੂੰ ਸਫਲਿਆ ਨਹੀਂ ਕਰਦੇ। ਤੋ ਜਿਹੜੇ ਸਫਲਿਆ ਨਹੀਂ ਕਰਦੇ ਉਹਨਾਂ ਦੀ ਉੱਪਰ ਦੀ ਜ਼ਿੰਦਗੀ ਰਹਿ ਜਾਂਦੀ ਹੈ, ਕੇਵਲ ਉੱਪਰ ਦੀ, ਬਹੁਤੀ ਡੂੰਘੀ ਜ਼ਿੰਦਗੀ ਨਹੀਂ ਉਹਨਾਂ ਦੀ ਜਾਂਦੀ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਤ ਦਾ ਭਰਮਣ ਕਰਦੇ ਇੱਕ ਵੈਦ ਦੇ ਕੋਲ ਦੀ ਲੰਘੇ ਨੇ। ਵੈਦ ਦੇ ਕੋਲ ਦੀ ਲੰਘੇ ਤੇ ਉਹ ਵੈਦ ਦੇ ਕੋਲ ਦੇ ਲੰਘਦੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹੱਸ ਪਏ ਨੇ ਦੇਖ ਕੇ ਉਸ ਨੂੰ। ਜਦ ਦੇਖਿਆ ਗੁਰੂ ਨਾਨਕ ਮਹਾਰਾਜ ਨੇ ਕਿ ਕੁਛ ਪੁਰਖ ਜਿਹੜੇ ਦਵਾਈਆਂ ਲੈਣ ਵਾਸਤੇ ਆਏ ਹੋਏ ਨੇ, ਇੱਕ ਵੈਦ ਬੈਠਾ ਜੜੀਆਂ ਬੂਟੀਆਂ ਵਾਲੀਆਂ ਜਿਹੜੀਆਂ ਉਹਨੇ ਦਵਾਈਆਂ ਤਿਆਰ ਕੀਤੀਆਂ, ਤੇ ਉਹ ਲੋਕਾਂ ਨੂੰ ਦੇ ਕੇ ਕਹਿ ਰਿਹਾ ਕਿ ਤੁਹਾਡਾ ਰੋਗ ਹੈ ਜਿਹੜਾ ਉਹ ਠੀਕ ਹੋ ਜਾਊਗਾ। ਲੋਕ ਦਵਾਈਆਂ ਲੈ ਰਹੇ ਨੇ, ਧਨ ਦੀ ਕਮਾਈ ਜਿਹੜੀ ਹੈ ਉਹ ਕਰ ਰਹੇ ਹੈ ਵੈਦ ਹਕੀਮ ਸਭ ਕੁਛ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਵੈਦ ਕਹਿਣ ਲੱਗਿਆ, ਕਹਿੰਦੇ ਫਕੀਰ ਜੀ ਤੁਸੀਂ ਕਹਿੰਦੇ ਮੈਨੂੰ ਦੇਖ ਕੇ ਹੱਸੇ ਹੋ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਵੈਦ ਜੀ ਹਾਂ, ਅਸੀਂ ਵਾਕਈ ਤੈਨੂੰ ਦੇਖ ਕੇ ਹੀ ਹੱਸੇ ਹਾਂ। ਅਸੀਂ ਜਿਹੜੇ ਤੇਰੇ ਕੋਲ ਇਹ ਵੈਦ ਦੇ ਕੋਲ ਦਵਾਈਆਂ ਲੈਣ ਵਾਸਤੇ ਆਏ ਨੇ, ਇਹਨਾਂ ਨੂੰ ਵੇਖ ਕੇ ਹੱਸੇ ਹਾਂ। ਕਹਿਣ ਲੱਗਿਆ ਜੀ ਤੁਸੀਂ ਬਾਣਾ ਫਕੀਰਾਂ ਵਾਲਾ ਪਾਇਆ ਤੇ ਮੈਨੂੰ ਦੇਖ ਕੇ ਤੁਸੀਂ ਹੱਸੇ ਕਿਉਂ? ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਤੈਨੂੰ ਦੇਖ ਕੇ ਇਸ ਕਰਕੇ ਹੱਸੇ ਆ, ਨਾ ਹੀ ਤੇ ਇਹਨਾਂ ਨੂੰ ਆਪਣੇ ਰੋਗ ਦਾ ਪਤਾ ਜਿਹੜੇ ਤੇਥੋਂ ਦਵਾਈਆਂ ਲੈਣ ਆਏ ਨੇ, ਨਾ ਤੇਰੇ ਕੋਲ ਕੋਈ ਦਵਾਈ ਹੈ ਜਿਹੜੀ ਦਵਾਈ ਦੇ ਨਾਲ ਤੂੰ ਇਹਨਾਂ ਦਾ ਰੋਗ ਨੂੰ ਠੀਕ ਕਰ ਸਕੇ। ਜੜ ਦਾ ਨਾ ਤੇ ਇਹਨਾਂ ਨੂੰ ਪਤਾ ਕਿ ਰੋਗ ਲੱਗਿਆ ਕਿੱਥੋਂ, ਜੜ ਦਾ ਨਾ ਪਤਾ ਤੈਨੂੰ ਹੈ ਕਿ ਰੋਗ ਹਟੇਗਾ ਕਿਵੇਂ। ਅਸੀਂ ਇਸ ਵਾਸਤੇ ਹੱਸੇ ਹਾਂ ਤੁਹਾਨੂੰ ਦੇਖ ਕੇ ਕਿ ਤੁਹਾਨੂੰ ਪਤਾ ਸਾਰਿਆਂ ਨੂੰ ਨਹੀਂ ਹੈ ਕਿ ਅਕਸਰ ਇਹਨਾਂ ਰੋਗਾਂ ਦੀ ਜੜ ਕੀ ਹੈ। ਤੇਰੇ ਕੋਲ ਅਨੇਕਾਂ ਤਰ੍ਹਾਂ ਦੀਆਂ ਬੂਟੀਆਂ ਦਵਾਈਆਂ ਪਈਆਂ ਨੇ। ਪੁਰਾਤਨ ਸਮਿਆਂ ਦਾ ਰਿਵਾਜ ਬੂਟੀਆਂ ਜੜੀਆਂ ਬੂਟੀਆਂ ਦੇ ਨਾਲ ਇਹ ਜਿਹੜਾ ਸੀ ਇਲਾਜ ਕੀਤਾ ਜਾਂਦਾ ਸੀ। ਤੂੰ ਤੇ ਲੋਕਾਂ ਦਾ ਇਲਾਜ ਕਰ ਰਿਹਾ ਹੈ, ਪਰ ਲੋਕਾਂ ਦਾ ਇਲਾਜ ਉਹ ਕਰ ਰਿਹਾ ਹੈ ਜਿਹੜਾ ਖੁਦ ਬਿਮਾਰ ਹੈ, ਜਿਹਨੂੰ ਆਪਣੀ ਬਿਮਾਰੀ ਬਾਰੇ ਵੀ ਗਿਆਨ ਨਹੀਂ ਹੈ। ਜੜ ਤੇ ਤੇਰੀ ਕੁਛ ਵੀ ਨਹੀਂ ਹੈ, ਤੈਨੂੰ ਖੁਦ ਨੂੰ ਪਤਾ ਨਹੀਂ ਹੈ, ਤੈਨੂੰ ਆਪਣੇ ਜੀਵਨ ਦੀ ਜਿਉਣ ਦੀ ਜਾਂਚ ਨਹੀਂ ਆਈ ਤੇ ਤੂੰ ਦੂਸਰਿਆਂ ਨੂੰ ਦਵਾਈਆਂ ਦਿੰਦਾ ਫਿਰਦਾ ਹੈ ਆਪਣੇ ਜੀਵਨ ਨੂੰ। ਜਿਹੜਾ ਮਨੁੱਖ ਆਪਣੇ ਜੀਵਨ ਦਾ ਆਪ ਰਸ ਨਾ ਮਾਣ ਸਕਿਆ, ਦੂਸਰੇ ਨੂੰ ਗਿਆਨ ਨਹੀਂ ਦੇ ਸਕਦਾ। ਆਪਣੇ ਜੀਵਨ ਦਾ ਆਪ ਰਸ ਨਾ ਮਾਣ ਸਕਿਆ, ਕਿਉਂਕਿ ਆਪਣੇ ਆਪ ਦੇ ਨਾਲ ਮਨੁੱਖ ਨੂੰ ਅਖਬਾਰ ਦੇ ਨਾਲ, ਰਸਾਲਿਆਂ ਦੇ ਨਾਲ, ਟੀਵੀ ਰੇਡੀਓਆਂ ਦੇ ਨਾਲ ਬੈਠਣਾ ਸੌਖਾ ਹੈ, ਮਾਂ ਬਾਪ ਦੇ ਨਾਲ ਬੈਠਣਾ, ਮਿੱਤਰਾਂ ਦੇ ਨਾਲ ਬੈਠਣਾ ਸੌਖਾ ਹੈ। ਮਨੁੱਖ ਨੂੰ ਆਪਣੇ ਆਪ ਦੇ ਨਾਲ ਬੈਠਣਾ ਬਹੁਤ ਔਖਾ ਕੰਮ ਲੱਗਦਾ। ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ, ਖੁਦ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ। ਤੇ ਜਦ ਇਹ ਆਪਣੇ ਆਪ ਦੇ ਨਾਲ ਬੈਠ ਹੀ ਨਹੀਂ ਸਕਦਾ ਤੇ ਫਿਰ ਇਹਨੂੰ ਆਪਣੀ ਜ਼ਿੰਦਗੀ ਦਾ ਰਸ ਵੀ ਨਹੀਂ ਆਵੇਗਾ। ਰਸ ਵੀ ਇਹ ਦੂਜਿਆਂ ਤੇ ਛੱਡ ਦਿੰਦਾ ਹੈ। ਦੁਨੀਆ ਕਹਿ ਦਿੰਦੀ ਹੈ ਚੰਗਾ ਤੇ ਚੰਗਾ, ਜੇ ਮਾੜਾ ਕਹਿ ਦਿੱਤਾ ਤੇ ਮਾੜਾ। ਜਿਹੜਾ ਮਨੁੱਖ ਦਾ ਰਸ ਹੈ ਇਹ ਮਨੁੱਖ ਦੂਸਰਿਆਂ ਤੇ ਛੱਡ ਦਿੰਦਾ ਹੈ ਆਪਣੀ ਜ਼ਿੰਦਗੀ ਦਾ। ਤੇ ਪਰਮਾਤਮਾ ਕਹਿੰਦੇ ਨੇ ਤੈਨੂੰ ਇੰਨੀ ਰਸਮਈ ਆਨੰਦਮਈ ਜ਼ਿੰਦਗੀ ਬਖਸ਼ੀ ਹੈ,
तू खुद अपने आप दे नाल बैठना कर। जिस दिन तू अपनी जिंदगी का आप रस मानना शुरू कर दिता, उस दिन तैनों बाहरों नहीं, तैनों तेरी इस जिंदगी दे विचों ही परमात्मा का रूप नज़र आवेगा। ऐलानिया ते गुरु गोबिंद सिंह जी महाराज कहते ने, कहते कोई गल नहीं, जे तैनों कोई सिख ना मिलिया, अपने चेहरे ते दमाला सजा के बाणा पा के शीशे दे विच देखेगा तो गुरु गोबिंद सिंह जी महाराज कहते साक्षात मेरा रूप ही तैनों नज़र आवेगा। ऐलानिया किया गुरु साहिब जी महाराज ने। पर यह आवेगा उस दिन जिस दिन मनुख अपने आप दे नाल बैठण दी जांच आऊगी। जिद्दें अपने आप दे नाल बैठण दी जांच आई, उदे ही बाबे नानक दे नाल बैठण दी जांच आवेगी, उस तो पहला नहीं, उस तो पहला नहीं आवेगी। जिन्ना टाइम अपने आप दे नाल नहीं बैठिया, अपनी जिंदगी का तो कोई रस नहीं माणिया, सारी दी सारी जिंदगी दुनिया वास्ते कढ़ दी है, सारी जिंदगी बतीत हुई है दुनियादारी वास्ते। दुनिया की कहेंगे, इसने किरत कमाई नहीं की, बड़े बड़े महल, बड़िया बड़िया कोठियाँ, बड़े बड़े धन, बड़े ढेर धन दे ला देंदे ने। माफ़ करना, ये बड़े बड़े महल बहुता धन इकट्ठा करके रख लेना, ये रोटियां दे अंबार ने, होर ये कुछ भी नहीं है, ये कुछ भी नहीं है। दुनिया दे विच आम कहावत है, कहते अज अजोके समय दे बच्चे काम करना बंद कर दिता। बच्चों ने काम करन दी बच्चों नूं लोड़ की है? माँ बाप ने अंबार ला दिते ने, रोटियां दे मुकने ही नहीं सारी जिंदगी। कोठियां कारां तैयार कर दित्तियां, जमीन जायदाद बड़े बड़े घर बना दिते, बहुता धन इकट्ठा करके दे दिता, सोना चांदी जवाहरत बना के दे दिते, सारा कुछ तो माँ बाप ने बना दिता। पुत्रां नूं की लोड़ है काम करन दी? सारी जिंदगी तो माँ बाप ने गुजार दी ऐसे काम वास्ते। बहुते ऐसे नहीं है, एक पीढ़ी वास्ते नहीं, कोई दो पीढ़ियां वास्ते भी कमाते हैं। कहते गाहां दे गाहां बंस अंश बंस चलेगी। सारियां वास्ते धन जिहड़ा इकट्ठा कर दिंदे ने, वो बहुता धन इकट्ठा करना केवल कले रोटियां दे अंबार ने, होर कुछ नहीं है। ते जिहड़ा मनुख अपनी किरत करके आप खांदा है, उस बंदे नूं अपनी जिंदगी जिउण दी जांच आ जाती है। ते अपनी किरत कमाई करन दी उन्हां नूं लोड़ की है? अंबार ते पहलां लगे पे ने घर दे विच रोटियां दी, लोड़ की है उन्हां नूं अपनी किरत करन दी? फिर वो करते नहीं है भी माँ बाप हैगे ने जो करन वाले, आपे करके देणगे। तो गुरु साहिब जी महाराज कहते ने कि जिहड़ा मनुख जिहदे विच असीं तीन शब्द गुरु नानक दे कहने आ, किरत करनी, नाम जपना, वंड के छकना। एक किरत दे विच आउंदा कि तू किरत कर, अपने कुटुंब की पालन पोषणा कर, बड़े सुचज्जे ढंग दे नाल अपने कुटुंब की पालन पोषणा कर। पर यह गुरु नानक देव साहिब जी महाराज नहीं कहते भी बड़े बड़े रोटियां दे अंबार ला दी बेईमानियां कर करके अपनियां पीढ़ियां वास्ते भी, दो पीढ़ियां वास्ते, पुत्र वास्ते कर दिओ, गाहां पोतरियां वास्ते कर दिओ। ये गुरु नानक देव साहिब महाराज ने कहते किरत दे नाल अपनी पालन पोषणा हो सकती है, अपने बच्चों की सुचज्जे ढंग दे नाल पालन पोषणा हो सकती है। पापां वाजों होवे नाई, मोया साथ ना जाई। गुरु साहिब जी महाराज कहते जे रोटियां दे बड़े बड़े ढेर लाने ने, ये बिना पापां तो, बिना पापां दी कमाई तो बड़े बड़े ढेर नहीं लगने। कमाल दी गल है। जिहड़ा अज दिन चल रहा है, गुरु साहिब जी महाराज नूं कई 100 साल पहला पता सी, कई 100 साल पहला पता सी जो अज दिन चल रहा है। तो गुरु नूं पता सी कि मनुख सारी जिंदगी रोटियां दे अंबार लावेगा अपनियां पीढ़ियां वास्ते। पर गुरु साहिब जी महाराज ने सुचेत करता कि सज्जना, अपनी 10 नाहां की किरत कमाई के नाल ते अपने बच्चों की पालन पोषणा तो कर सकता है, पर जे बहुते बड़े बड़े अंबार लाएगा तो पापां तो बिना वो लगने नहीं, बेईमानी तो बिना लगने नहीं, ठगी चोरी तो बिना अंबार लगने नहीं। तो मनुख तो बहुते बड़े बड़े अंबार ला के कह दिंदा मैं अपने बच्चों वास्ते बहुत कुछ किया है। केवल गुरु नानक दे घर तो, अकाल पुरख तो पुछ लवे कि मैं अपने बच्चों वास्ते की किया है। गुरु साहिब जी महाराज कहते सब पापां दे करके तू ये अंबार ला दिते ने।
तो अपनी बच्चों वास्ते, अपनी आने वाली पीढ़ी वास्ते जेड़ा रस्ता तू तैयार किया, ये रस्ता फुल्लां दा नहीं कंडियां दा रस्ता तैयार कर दिता है। तो ये तेरी पापां दी कमाई खा खा के, ये पापां दी कमाई खा खा के तेरे जेड़े औलाद है, तेरी आने वाली पीढ़ी है, ये कदे बहुते सुचज्जे ढंग दे नाल अपना जीवन नहीं बतीत कर सकेगी। इहो ही कारण बनया होया अज दुनिया ते कि परिवारां दे परिवार जेड़े पहलां अज तो 50-100 साल पहलां वड्डे वड्डे परिवार हुंदे सी, सब दे सब परिवार खेरूं खेरूं दिनों दिन हुंदे जा रहे हैं। तो शायद इसकी जिहड़ी जड़ है, इहदा कारण है, मूल कारण ही ये बन गया कि एक जाना बहुत वड्डे वड्डे रोटियां दे अंबार ला दिंदा है, कोई ऐसा पुत्र घर दे विच जन्म लैंदा है कि सब दे सब बर्बाद करके रख दिंदा है। गुरु साहिब जी महाराज फिर हर एक पक्ष तो सुचेत करते ने बंदे नूं कि पापां वाजों होवे ना ही मोयां साथ ना जाई। गुरु नानक देव साहिब जी महाराज जियां दा ये पवित्र कर सुचेत करदा है मनुख नूं। गुरु नानक देव साहिब जी महाराज कहन लगे, वैद जी ना ही तो तुहानूं पता है रोग दा, जड़ दा तुहानूं भी नहीं पता, रोगी तुसी भी हो, ते ना तुहानूं उस दवा तुहाडे कोल है जिहड़ी दवाई दे नाल इन्हां रोगां दी जड़ कट्टी जावे। हाँ, तुहानूं ये पता है कि दरख्त दीयां टहनियां ने, फुੱਲ ने, फल है, पर जड़ दा नहीं तुहानूं पता कि जड़ की है। तो पैगंबर जान के वो वैद जी ने हाथ जोड़े, कहन लगे, फकीर जी कहन लगे, तुसी आप जी किरपा करके दसो कि जे इन्हां नूं अनेकां तरह के रोग लगे ने, जेड़े मेरे कोल इतने तरह दीयां दवाइयां लैन आउंदे ने, वक्खो वक्खरे रोग लगे ने इन्हां दे शरीरां नूं, ये रोग इन्हां दी जड़ की है और जो कुछ मैं दवाइयां दे रहा इन्हां दी जड़ की है, सारे रोगां दी दवाई की है। तो गुरु नानक देव साहिब जी महाराज कहन लगे, सारे रोगां दी दवाई है जपो ता एको नामा अवर निराफलकम। ऐ वैद जी ठीक है, तू अपनी जगह ते सही है, तेरी दवाई जड़ी बूटी दे नाल कुछ समय वास्ते शरीर दा रोग ढकिया जा सकता है, पर जिहड़ी इन्हां रोगां दी जड़ है वो जड़ है जेड़े परमेश्वर दा नाम जपदे ने, परमेश्वर दा नाम इन्हां दे शरीरां दे विचों रोगां नूं कढ दिंदा है। क्योंकि शरीर दे जिहड़े रोग ने इन्हां दे विच बहुत सारे रोग जिहड़े ने मन दे रोग ने, मन दे विच सोग है, शरीर दे विच रोग है। तो जिहड़े मन दे कोल जदों मनुख मन दी जिन्ने विचार ने ते मन मनुख दे जिहड़ा है पाप कर्म करता रहिंदा है, बुरा सोचता रहिंदा है, जदों इहदे कोले मन कोले बहुत सारियां बुराइयां दा संग्रह बन जाता है। अज एक बारी बुरा सोचा, कल नूं 2 बारी बुरा सोचा, तो मन दे जिहड़े पाप ने वो मन्ने गए ने, 3 पाप मन दे मन्ने गए ने। किसी की जान बारे माड़ा सोचना, किसी के मार बारे माड़ा सोचना, अते किसी की इज्जत राबरू बारे माड़ा सोचना, ये वारी वारी मनुख दे रिपीट होंदे रहिंदे ने। ते जदों ये वारी वारी रिपीट होंदे ने, इन्हां दा एक संग्रह बन जाता है। जदों ये संग्रह बन जाता है तो मन तो एडा संग्रह का जिहड़ा भार है फिर वो झल्लिया नहीं जाता। मन कुछ ना कुछ पाप जिहड़े हैं, मन दे जिहड़े सोग ने वो कुछ ना कुछ शरीर नूं दे दिंदा है, ते शरीर दे विच आके मन विच सोग होंदे ने, शरीर दे विच आके रोग बन जांदे ने। बोलो सतनाम। मन दे सोग ने, मन विच सोग ने, शरीर विच आके रोग बन जाते हैं जदों बहुता भार उहदे कोले हो जाता। जिवें असीं दुनियादारी दे विच सिर ते भार चुक्या होवे, जदों असीं थक जाइए जां बहुता भार होवे असीं दूजे नूं कह दिंदे भी साडा भार चक ला। तो मन दे विच जिन्ने सोग ने वो बहुते जिहड़े सोग वो रोग नूं जन्म दे दिंदे ने, शरीरां दे अंदर रोग पैदा हो जाते हैं। ते शरीरां दे अंदर ऐसे रोग पैदा भी हो जाते हैं जिहड़े वैद हकीम किन्ना भी यतन क्यों ना कर लैन, शरीर दे विचों रोग नहीं कढ़ सकते, नहीं कढ़ सकते। तो जिहड़े मन दे विचों आए हुए ने
ਉਹ ਨਹੀਂ ਨਿਕਲਣਗੇ। ਆਮ ਦੁਨੀਆਦਾਰੀ ਦੇ ਵਿੱਚ ਇਹ ਮਿਲਿਆ ਹੈ ਦੇਖਣ ਨੂੰ ਕਿ ਜੇ ਕੋਈ ਮਨੁੱਖ ਬਿਮਾਰ ਹੋ ਜਾਂਦਾ ਹੈ, ਕੋਈ ਸਰੀਰ ਨੂੰ ਵੱਡਾ ਰੋਗ ਲੱਗ ਜਾਂਦਾ ਹੈ, ਤਾਂ ਉਹਦੇ ਵਿੱਚੋਂ ਸਰੀਰ ਦੇ ਵਿੱਚੋਂ ਵੈਦ ਹਕੀਮ ਰੋਗ ਕੱਢ ਕੇ ਆਪਰੇਸ਼ਨ ਕਰਕੇ ਬਾਹਰ ਸੁੱਟ ਦਿੰਦੇ ਨੇ, ਪਰ ਬੰਦਾ ਫਿਰ ਵੀ ਕਮਜ਼ੋਰ ਰਹਿੰਦਾ ਹੈ, ਫਿਰ ਵੀ ਉਸ ਦਾ ਮਨ ਨਹੀਂ ਬਣਦਾ, ਕਿਉਂਕਿ ਮਨ ਦੇ ਸੋਗ ਦੇ ਵਿੱਚੋਂ ਉਹ ਰੋਗ ਆਇਆ ਸੀਗਾ। ਤੇ ਜਦੋਂ ਇਹ ਰੋਗ ਨੇ ਜਨਮ ਲੈਤਾ ਹੈ, ਇਹ ਸੋਗ ਤੇ ਰੋਗ ਹੁਣ ਇਹਦੇ ਵਿੱਚੋਂ ਜਾਣਗੇ ਨਹੀਂ। ਸੋ ਜਿਹੜੇ ਮਨੁੱਖ ਦਾ ਕਹਿਣ ਤੋਂ ਭਾਵ ਹੈ ਕਿ ਜਿਹੜੇ ਮਨੁੱਖ ਦੇ ਅੰਦਰ ਦੇ ਵਿਚਾਰ ਗਲਤ ਨੇ, ਕਿਸੇ ਦੀ ਜਾਨ ਬਾਰੇ ਮਾੜਾ ਸੋਚ ਰਿਹਾ, ਕਿਸੇ ਦੇ ਮਾਲ ਬਾਰੇ ਮਾੜਾ ਸੋਚ ਰਿਹਾ, ਕਿਸੇ ਦੀ ਇੱਜ਼ਤ ਆਬਰੂ ਬਾਰੇ ਮਾੜਾ ਸੋਚ ਰਿਹਾ, ਤਾਂ ਉਸ ਮਨੁੱਖ ਦੇ ਮਨ ਦੇ ਵਿੱਚੋਂ ਰੋਗਣੀ ਸੋਗ ਨਹੀਂ ਜਾਣਗੇ ਅਤੇ ਸਰੀਰ ਦੇ ਵਿੱਚੋਂ ਰੋਗ ਨਹੀਂ ਜਾਣਗੇ, ਭਾਵੇਂ ਵੈਦ ਹਕੀਮ ਕਰੋੜਾਂ ਯਤਨ ਵੀ ਕਿਉਂ ਨਾ ਕਰ ਲੈਣ। ਸੋ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਇਹਦੀ ਜੜ ਹੈ ਕਿ ਜਿੱਥੋਂ ਇਹ ਸਭ ਕੁਝ ਪੈਦਾ ਹੁੰਦਾ ਹੈ। ਤੋ ਆਪ ਜੀਆਂ ਨੇ ਪਹਿਲਾਂ ਸਰਵਣ ਕੀਤਾ ਕਿ 4 ਪਾਪ ਰਸਨਾ ਦੇ ਹਨ, ਜੀਵ ਦੇ ਨੇ, 3 ਪਾਪ ਮਨ ਦੇ ਹਨ ਅਤੇ 3 ਪਾਪ ਤਨ ਦੇ ਨੇ। ਤੋ ਇਹਨਾਂ ਦਾ ਆਪਸ ਵਿੱਚ ਦੀ ਮਨ ਹੈ ਜਿਹੜਾ ਇਹ ਬਹੁਤੇ ਸੋਗ ਸਰੀਰ ਨੂੰ ਦੇ ਦਿੰਦਾ ਹੈ ਤੇ ਸਰੀਰ ਦੇ ਅੰਦਰ ਰੋਗ ਪੈਦਾ ਹੋ ਜਾਂਦੇ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਜਪੋ ਤਾਂ ਇੱਕੋ ਨਾਮਾ ਅਵਰ ਨਿਰਾ ਫਲ ਕਾਮਾ। ਜੇ ਤੁਸੀਂ ਪਰਮੇਸ਼ਰ ਦਾ ਨਾਮ ਜਪੋ ਤੇ ਇਹ ਰੋਗ ਇਹ ਸੋਗ ਇਹਨਾਂ ਦੀ ਜੜ ਹੀ ਪੱਟੀ ਜਾਊਗੀ, ਨਾ ਤੁਹਾਨੂੰ ਕਦੇ ਸੋਗ ਲੱਗੇ ਨਾ ਤੁਹਾਨੂੰ ਕਦੇ ਰੋਗ ਤੰਗ ਕਰਨਗੇ। ਵਾਹ ਕਮਾਲ ਦੀ ਗੱਲ ਹੈ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੀ। ਐ ਵੈਦ ਜੀ ਜਿਹੜੇ ਤੇਰੇ ਕੋਲ ਲੈਣ ਆਉਂਦੇ ਨੇ ਦਵਾਈਆਂ, ਇਹਨਾਂ ਨੂੰ ਇੱਕੋ ਨਾਮ ਦੀ ਦਵਾਈ ਦੇ ਦਿਆ ਕਰ, ਬਾਕੀ ਦਵਾਈਆਂ ਦੀ ਲੋੜ ਨਹੀਂ ਪੈਣੀ। ਤੇਰੇ ਮਨ ਦੇ ਸੋਗ ਵੀ ਚਲੇ ਜਾਣਗੇ, ਇਹਨਾਂ ਦੇ ਤਨ ਦੇ ਰੋਗ ਚਲੇ ਜਾਣਗੇ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਆਉਣਾ ਇਹਨਾਂ ਤੋਂ ਤਾਨੇ ਇਕੱਠਾ ਕਰ ਕਰਕੇ ਆਪਣੇ ਕੋਲ ਰੱਖੀ ਜਾਂਦਾ, ਇਹ ਕਰਮ ਤੂੰ ਨਾ ਕਰਿਆ ਕਰ, ਇਹ ਕਰਮ ਤੈਨੂੰ ਵਰਨਾ ਤੇਰੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਹੈ ਉਹਨੂੰ ਇਹ ਸਭ ਕੁਛ ਹੈ ਜਿਹੜਾ ਇਹਦਾ ਤੈਨੂੰ ਵੀ ਲੇਖਾ ਦੇਣਾ ਪੈਣਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਤੂੰ ਧਨ ਇਕੱਠਾ ਕੀਤਾ ਹੈ, ਇਹ ਪਾਪਾਂ ਤੋਂ ਬਿਨਾਂ ਧਨ ਇਕੱਠਾ ਨਹੀਂ ਹੁੰਦਾ, ਤੇ ਇਹ ਪਾਪਾਂ ਦੇ ਨਾਲ ਇਕੱਠਾ ਕੀਤਾ ਹੋਇਆ ਧਨ ਤੇਰੇ ਨਾਲ ਨਹੀਂ ਜਾਣਾ, ਇਹ ਤੇਰੀ ਅੰਸ਼ ਤੇ ਬੰਸ ਦੇ ਕੋਲ ਰਹਿ ਜਾਣਾ ਹੈ। ਫਿਰ ਜਿਹੜੀ ਕਮਾਈ ਪਾਪਾਂ ਦੇ ਨਾਲ ਇਕੱਠੀ ਕੀਤੀ ਹੋਈ ਉਹਦੇ ਨਾਲ ਤੇਰੀ ਅੰਸ਼ ਬੰਸ ਹੈ ਜਿਹੜੀ, ਇਹਨਾਂ ਨੂੰ ਕਦੇ ਸੁੱਖ ਨਹੀਂ ਮਿਲੇਗਾ, ਚੈਨ ਦੀ ਨੀਂਦ ਨਹੀਂ ਸੌਂ ਸਕਣਗੇ, ਇਹ ਹਮੇਸ਼ਾ ਭਟਕਦੇ ਰਹਿਣਗੇ। ਤੋ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਜੋ ਕੁਛ ਪਰਮਾਤਮਾ ਨੇ ਮਨੁੱਖ ਨੂੰ ਚਾਹੀਦਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਚਾਹੀਦਾ ਹੈ, ਆਉਣ ਵਾਲੇ ਇਸ ਤੋਂ ਅਗਾਹਾਂ ਵਾਲੇ ਸਮੇਂ ਦੇ ਵਿੱਚ ਚਾਹੀਦਾ ਹੈ। ਬੱਚੇ ਨੂੰ ਚਾਹੀਦੇ ਸੀ ਪਰਮਾਤਮਾ ਦਾ ਰੂਪ ਮਾਂ-ਬਾਪ ਦਿੱਤੇ ਨੇ। ਤੋ ਜਿਨ੍ਹਾਂ ਦੇ ਘਰ ਦੇ ਵਿੱਚ ਔਲਾਦ ਹੈ ਤੋ ਪਰਮਾਤਮਾ ਨੇ ਕਿਸ ਵਾਸਤੇ ਦਿੱਤੀ ਹੈ ਕਿ ਜਿੱਦੇ ਤੁਸੀਂ ਬੁੱਢੇ ਹੋਵੋਗੇ ਪਰਮਾਤਮਾ ਦਾ ਰੂਪ ਬਣ ਕੇ ਤੁਹਾਡੀ ਬੁੱਢਿਆਂ ਦੀ ਸੇਵਾ ਇਹ ਕਰਨਗੇ। ਤੋ ਜੋ ਸਾਨੂੰ ਬੁਢੇਪੇ ਦੇ ਵਿੱਚ 100 ਸਾਲ ਦੀ ਜ਼ਿੰਦਗੀ ਦੇ ਵਿੱਚ ਚਾਹੀਦਾ ਹੈ, ਅੱਜ ਸਾਨੂੰ ਪਰਮਾਤਮਾ ਨੇ ਕਦੋਂ ਦਿੱਤਾ? 25 ਸਾਲ ਦੀ ਉਮਰ ਦੇ ਵਿੱਚ ਪੁੱਤਰ ਧੀਆਂ ਦਿੱਤੇ। ਜੋ ਸਾਨੂੰ ਚੀਜ਼ ਜਿਹੜੀ ਚੀਜ਼ ਦੀ ਲੋੜ ਸਾਨੂੰ 100 ਸਾਲ ਨੂੰ ਪੈਣੀ ਹੈ, ਮੰਨ ਲਓ 100 ਸਾਲ ਦੀ ਸਾਡੀ ਜ਼ਿੰਦਗੀ ਹੈ, ਤਾਂ ਸਾਨੂੰ 25-30 ਸਾਲ ਦੀ ਉਮਰ ਦੇ ਵਿੱਚ ਗੁਰੂ ਅਕਾਲ ਪੁਰਖ ਨੇ ਉਹ ਦਿੱਤਾ ਕਿ ਇਹ ਲੈ ਤੈਨੂੰ ਔਲਾਦ ਦਿੱਤੀ, ਇਹਦੀ ਚੰਗੀ ਤਰ੍ਹਾਂ ਪਰਵਰਿਸ਼ ਕਰੀ, ਆਉਣ ਵਾਲੇ 100 ਸਾਲ ਦੇ ਵਿੱਚ 100 ਸਾਲ ਦਾ ਜਿਸ ਦਿਨ ਤੂੰ ਹੋਵੇਂਗਾ 75 ਸਾਲ ਤੋਂ ਬਾਅਦ ਜੋ ਚੀਜ਼ ਸਾਨੂੰ ਚਾਹੀਦੀ ਹੈ ਅਕਾਲ ਪੁਰਖ ਨੇ ਸਾਡੀ ਅੱਜ ਝੋਲੀ ਦੇ ਵਿੱਚ ਪਾਇਆ। ਤੇ ਹਜੇ ਅਸੀਂ ਪਰਮਾਤਮਾ ਤੋਂ ਮੰਗਦੇ ਹਾਂ, ਨਿੱਤ ਮੰਗਦੇ ਹਾਂ, ਆ ਰੱਬਾ ਇਹ ਵੀ ਦੇ ਦੇ, ਰੱਬਾ ਆ ਵੀ ਦੇ ਦੇ। ਰੱਬ ਨੇ ਦਿੱਤਾ ਕੀ ਨਹੀਂ ਪਹਿਲਾਂ ਇਹ ਸੁਚੇਤ ਕਰ ਲਿਆ, ਇਹ ਗੱਲ ਦਾ ਧਿਆਨ ਕਰ ਲਈਏ ਕਿ ਰੱਬ ਨੇ ਦਿੱਤਾ ਕੀ ਨਹੀਂ। ਜੋ ਪਰਮਾਤਮਾ ਨੇ ਜਿਹੜੇ ਬੰਦੇ ਨੂੰ ਪੈਦਾਇਸ਼ ਕੀਤਾ ਹੈ ਉਹ ਤੋਂ ਕੁਛ ਵੀ ਪਰਮਾਤਮਾ ਨੇ ਨਹੀਂ ਲੁਕੋ ਕੇ ਰੱਖਿਆ, ਬਸ ਪਰਮਾਤਮਾ ਦੀ ਦਿੱਤੀ ਹੋਈ ਦਾਤ ਦੀ ਬੰਦਾ ਕਦਰ ਨਹੀਂ ਕਰ ਰਿਹਾ, ਕਦਰ ਨਹੀਂ ਕਰ ਰਿਹਾ। ਸਵਾਸ ਦਿੱਤੇ ਨੇ, ਸਵਾਸ ਬਾਹਰ ਲਿਆਉਣ ਵਾਸਤੇ ਕੋਈ ਯਤਨ ਕਰਨਾ ਪੈਂਦਾ? ਕੋਈ ਯਤਨ ਨਹੀਂ ਕਰਨਾ ਪੈਂਦਾ। ਅੰਦਰ ਲਿਜਾਣ ਵਾਸਤੇ ਕੋਈ ਯਤਨ ਕਰਨਾ ਪੈਂਦਾ? ਕੋਈ ਯਤਨ ਨਹੀਂ ਕਰਨਾ ਪੈਂਦਾ। ਐਡੀ ਵੱਡੀ ਕੀਮਤੀ ਚੀਜ਼ ਹੈ, ਉਹਦੇ ਵਾਸਤੇ ਸਾਨੂੰ ਕੋਈ ਵੀ ਯਤਨ ਨਹੀਂ ਕਰਨਾ ਪੈਂਦਾ। ਤੇ ਜੇ ਅਸੀਂ
ਬਹੁਤੇ सोना चांदी मोती जवाहरत खरीदने होण किन्ना वड्डा यतन करना पैंदा है, बहुत यतन करना पैंदा है। पर सब तो महंगी चीज़ श्वास ने, जिन्ना सदका जिंदगी है उन्होंने बाहर लियाउण वास्ते कोई यतन नहीं करना पैंदा, अंदर ले जाण वास्ते कोई यतन नहीं करना पैंदा। ये यतन खुद परमात्मा ने कीते हुए, खुद परमात्मा ने कि इसदी ऐसे वड्डे यतन कीते ने। मनुख दी नासका लाई है शरीर ते नासका दे विच एक परमात्मा ने ऐसा ये फिल्टर लाया होया है कि जेड़ी हवा मनुख दे अंदर जावे वो हवा जेड़ी है दूषित हवा ना जावे, स्वच्छ हवा इस मनुख दे अंदर जावे। इस करके नासका फिल्टर लाया होया शरीर ते परमात्मा ने। कमाल दी गल है, कदे वैद हकीमां दे पुरातन ग्रंथ, धार्मिक ग्रंथ कदे किसी ने पढ़े होण ते उन्होंने इन्हां सारियां गल्लां दा पता है कि कल्ले कल्ले शरीर के कल्ले कल्ले अंग की किड्डी वड्डी कीमत परमात्मा ने। तो दुनियादारी दे विच जे मान लो एक अंग कट्टिया जाए, दोबारा दुनिया दे विचों ऐसा अंग की जिहड़ी है वो नहीं प्राप्ति हुंदी। सो परमात्मा ने मनुख नूं दिता बहुत कुछ है। वो गल वखरी है कि मनुख नूं नज़र आवे चाहे ना नज़र आवे, बस एक पापां दे कर्मां करके इस दियां नज़रां ते पर्दा पै गया, जिहदे कारण करके ये परमात्मा दा जिहड़ा है असली रूप नूं पहचान नहीं सकिया। गुरु साहिब जी महाराज कहते हैं कि वो कूड़ा टुट्टा पाल, तू कूड़ दी कंध तोड़ दे, तैनूं पता लगू तैनूं परमात्मा ने की कुछ दिता है ते की कुछ दे रहा है। आने वाले समय दे विच तैनूं परमात्मा की कुछ दे रहा है। बड़ा कुछ परमात्मा ने इस तो पहला बंदे वास्ते पैदा किया, अज किया, आने वाले समय वास्ते भी बंदे वास्ते बहुत कुछ परमात्मा ने पैदा किया। सो समाप्ति का समा हो गया। इस विषय ते होर भी विचार सी जिहड़ी वो लंबी चल सकती सी, बहुत गल्लां ऐसियां बाकी हजे तक इस विषय ते अपनियां रह गईयां ने। तो गुरु साहिब जी महाराज किरपा करन। इत्थे समाप्ति का टाइम। भुलां चुकां दी खिमा आईयां संगतां दा धन्नवाद। प्रेम दे नाल सारी संगत बुलायो फतेह। वाहिगुरू जी का खालसा, वाहिगुरू जी की फतेह।